Chapter 4, Liberty and Discipline. Field Marshal Sir William Slim, the Chief of the Imperial General Staff, held the highest office in the British Army. ਜਿਹੜੇ ਸਰ ਵਿਲੀਅਮ ਸਲਿਮ ਨੇ ਬ੍ਰਿਟਿਸ਼ ਆਰਮੀ ਦੇ ਵਿੱਚ ਹਾਈਐਸਟ ਪੋਜੀਸ਼ਨ 'ਤੇ ਸੀਗੇ ਉਹ, ਅਤੇ ਚੀਫ ਆਫ ਦਾ ਇੰਪੀਰੀਅਲ ਜਨਰਲ ਸਟਾਫ ਸੀਗੇ। ਹੀ ਇਜ਼ ਵੈਲ ਕੁਆਲੀਫਾਈਡ ਟੂ ਸਪੀਕ ਔਨ ਦਾ ਸਬਜੈਕਟ ਆਫ ਡਿਸਿਪਲਿਨ ਐਂਡ ਦਾ ਰਿਲੇਸ਼ਨ ਇਟ ਬੀਅਰਸ ਟੂ ਲਿਬਰਟੀ। ਅਤੇ ਉਹ ਵੈਲ ਕੁਆਲੀਫਾਈਡ ਹੈਗੇ ਆ ਕਿ ਇਸ ਟੌਪਿਕ 'ਤੇ ਬੋਲ ਸਕਣ। ਟੌਪਿਕ ਕਿਹੜਾ? ਡਿਸਿਪਲਿਨ ਐਂਡ ਰਿਲੇਸ਼ਨ ਇਟ ਬੀਅਰਸ ਟੂ ਲਿਬਰਟੀ। ਡਿਸਿਪਲਿਨ ਅਤੇ ਉਹਦਾ ਲਿਬਰਟੀ ਯਾਨੀ ਆਜ਼ਾਦੀ ਦੇ ਨਾਲ ਕੀ ਰਿਲੇਸ਼ਨ ਹੈ, ਇਸ ਟੌਪਿਕ 'ਤੇ ਬੋਲਣ ਲਈ ਉਹ ਬਹੁਤ ਵੈਲ ਕੁਆਲੀਫਾਈਡ ਨੇ। ਦਿਸ ਚੈਪਟਰ ਹੈਜ਼ ਬੀਨ ਕੰਡੈਂਸਡ ਫਰੋਮ ਐਨ ਆਰਟੀਕਲ ਕੰਟਰੀਬਿਊਟਿਡ ਬਾਈ ਸਰ ਵਿਲੀਅਮ ਸਲਿਮ ਟੂ ਦ ਫੋਰਟਨਾਈਟਲੀ ਲੰਡਨ। ਸਰ ਵਿਲੀਅਮ ਸਲਿਮ ਨੇ ਇੱਕ ਨਿਊਜ਼ਪੇਪਰ ਦੇ ਵਿੱਚ, ਜਿਹਦਾ ਨਾਮ ਦ ਫੋਰਟਨਾਈਟਲੀ ਲੰਡਨ ਸੀਗਾ, ਉਹਦੇ ਵਿੱਚ ਇੱਕ ਬਹੁਤ ਵੱਡਾ ਆਰਟੀਕਲ ਦਿੱਤਾ, ਅਤੇ ਉਸ ਆਰਟੀਕਲ ਦੀ ਇੱਕ ਸਮਰੀ ਹੈ ਇਹ ਚੈਪਟਰ ਲਿਬਰਟੀ ਐਂਡ ਡਿਸਿਪਲਿਨ। ਉਹਨੂੰ ਕੰਡੈਂਸ ਕਰਕੇ, ਸ਼ਾਰਟ ਕਰਕੇ ਇੱਕ ਚੈਪਟਰ ਦਾ ਫਾਰਮ ਦਿੱਤੀ ਗਈ ਆ। This will be of special interest to all those who are rightly worried about the general disquiet for lack of discipline both at the personal and the national level. ਇਹ ਚੈਪਟਰ ਉਹਨਾਂ ਨੂੰ ਬਹੁਤ ਇੰਟਰਸਟਿੰਗ ਲੱਗੇਗਾ ਜਿਹੜੇ ਕਿ ਇਸ ਗੱਲ ਲਈ ਵਰਿਡ ਨੇ ਕਿ ਨੈਸ਼ਨਲ ਲੈਵਲ 'ਤੇ ਅਤੇ ਪਰਸਨਲ ਲੈਵਲ 'ਤੇ ਜਿਹੜਾ ਹੈ ਡਿਸਿਪਲਿਨ ਹੈ ਉਹਦੀ ਕਮੀ ਹੋ ਰਹੀ ਹੈ। ਠੀਕ ਹੈ। ਵੈਨ ਯੂ ਗੈਟ ਇਨ ਯੂਰ ਕਾਰ ਔਰ ਔਨ ਯੂਰ ਬਾਈਸਾਈਕਲ, ਸਰ ਵਿਲੀਅਮ ਸਲਿਮ ਕਹਿ ਰਹੇ ਆ ਕਿ ਜਦੋਂ ਤੁਸੀਂ ਆਪਣੀ ਕਾਰ 'ਚ ਬੈਠਦੇ ਹੋ ਜਾਂ ਆਪਣੇ ਸਾਈਕਲ 'ਤੇ ਬੈਠਦੇ ਹੋ, ਯੂ ਕੈਨ ਚੂਜ਼ ਵੇਅਰ ਯੂ ਵਾਂਟ ਟੂ ਗੋ। ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਜਿੱਥੇ ਮਰਜ਼ੀ ਜਾਣਾ ਚਾਹੁੰਦੇ ਹੋ, ਤੁਸੀਂ ਚੂਜ਼ ਕਰ ਸਕਦੇ ਹੋ। ਦੈਟ ਇਜ਼ ਲਿਬਰਟੀ। ਇਹ ਤੁਹਾਡੀ ਆਜ਼ਾਦੀ ਹੈ। ਬਟ ਐਜ਼ ਯੂ ਡਰਾਈਵ ਔਰ ਰਾਈਡ ਥਰੂ ਦਾ ਸਟਰੀਟਸ, ਲੇਕਿਨ ਜਦੋਂ ਤੁਸੀਂ ਸਟਰੀਟ ਦੇ ਵਿੱਚ ਚਲਾਉਣਾ ਸ਼ੁਰੂ ਕਰ ਦਿੰਦੇ ਹੋ, ਯੂ ਵਿਲ ਕੀਪ ਟੂ ਦ ਲੈਫਟ ਆਫ ਦ ਰੋਡ। ਤੁਸੀਂ ਸੜਕ 'ਤੇ ਖੱਬੇ ਪਾਸੇ ਹੀ ਰਹੋਗੇ। ਦੈਟ ਇਜ਼ ਡਿਸਿਪਲਿਨ। ਇਸ ਟਾਈਮ ਤੁਸੀਂ ਡਿਸਿਪਲਿਨ ਚੂਜ਼ ਕਰਦੇ ਹੋ, ਉਹ ਤੁਸੀਂ ਡਿਸਿਪਲਿਨ ਦਾ ਪਾਲਣ ਕਰ ਰਹੇ ਹੋ। ਠੀਕ ਹੈ। ਜਾਣਾ ਕਿੱਥੇ ਹੈ ਉਹ ਤੁਹਾਡੀ ਮਰਜ਼ੀ ਹੈ, ਲੇਕਿਨ ਜਾਣ ਵੇਲੇ ਤੁਸੀਂ ਡਿਸਿਪਲਿਨ ਨੂੰ ਯੂਜ਼ ਕਰਨਾ। ਦੇਰ ਆਰ 4 ਰੀਜ਼ਨਸ ਵਾਈ ਯੂ ਵਿਲ ਕੀਪ ਟੂ ਦ ਲੈਫਟ। ਹੁਣ ਇਹਦੇ ਵਿੱਚ 4 ਰੀਜ਼ਨਸ ਨੇ ਕਿ ਤੁਸੀਂ ਲੈਫਟ ਸਾਈਡ 'ਤੇ ਕਿਉਂ ਰਹਿਣਾ। ਯੋਰ ਓਨ ਐਡਵਾਂਟੇਜ, ਤੁਹਾਡਾ ਆਪਣਾ ਫਾਇਦਾ। ਨੰਬਰ 2, ਕੰਸੀਡਰੇਸ਼ਨ ਫॉर ਅਦਰਸ, ਦੂਸਰਿਆਂ ਦਾ ਵੀ ਖਿਆਲ ਰੱਖਣਾ, ਤਾਂ ਕਰਕੇ ਡਿਸਿਪਲਿਨ ਚੂਜ਼ ਕੀਤਾ ਸੀ। ਕੌਨਫੀਡੈਂਸ ਇਨ ਯੂਅਰ ਫੈਲੋਜ਼, ਜਿਹੜਾ ਤੁਹਾਡੇ ਸਾਥੀਆਂ ਦੇ ਵਿੱਚ ਵਿਸ਼ਵਾਸ ਹੈ, ਜਿਵੇਂ ਤੁਸੀਂ ਕਾਰ 'ਚ ਬੈਠੇ ਹੋ, ਤੁਹਾਡੇ ਨਾਲ ਹੋਰ ਸਾਥੀ ਵੀ ਬੈਠੇ, ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਹੋਏਗਾ ਵੀ ਸਾਨੂੰ ਸਹੀ ਤਰ੍ਹਾਂ ਲੈ ਕੇ ਜਾਏਗਾ। ਅਤੇ ਇੱਕ ਫੀਅਰ ਆਫ ਪਨਿਸ਼ਮੈਂਟ, ਵੀ ਪਨਿਸ਼ਮੈਂਟ ਦੇ ਡਰ ਕਰਕੇ ਤੁਸੀਂ ਡਿਸਿਪਲਿਨ ਨੂੰ ਅਪਣਾ ਰਹੇ ਹੋ। ਠੀਕ ਹੈ। ਇਹ 4 ਵਿੱਚੋਂ ਕੋਈ ਇੱਕ ਰੀਜ਼ਨ ਹੋ ਸਕਦਾ ਹੈ ਕਿ ਤੁਸੀਂ ਡਿਸਿਪਲਿਨ ਨੂੰ ਕਿਉਂ ਚੂਜ਼ ਕੀਤਾ। ਇਟ ਇਜ਼ ਦ ਰਿਲੇਟਿਵ ਵੇਟ, ਕਿਹੜੀ ਗੱਲ 'ਚ ਜ਼ਿਆਦਾ ਵਜ਼ਨ ਹੈ, ਵਿਚ ਵੀ ਗਿਵ ਟੂ ਈਚ ਆਫ ਦੀਜ਼ ਰੀਜ਼ਨਸ ਦੈਟ ਡਿਸਾਈਡਸ ਵਟ ਸੋਰਟ ਆਫ ਡਿਸਿਪਲਿਨ ਵੀ ਹੈਵ। ਇਹ ਇਹਨਾਂ 4 ਦੇ ਵਿੱਚੋਂ ਜਿਹੜੀ ਗੱਲ ਜ਼ਿਆਦਾ ਵਜ਼ਨਦਾਰ ਸਾਨੂੰ ਲੱਗਦੀ ਆ, ਉਹੀ ਡਿਪੈਂਡ ਕਰਦੀ, ਉਹਦੇ 'ਤੇ ਸਾਡਾ ਡਿਸਿਪਲਿਨ ਡਿਪੈਂਡ ਕਰਦਾ ਕਿ ਅਸੀਂ ਡਿਸਿਪਲਿਨ ਨੂੰ ਕਿਉਂ ਚੂਜ਼ ਕੀਤਾ। ਐਂਡ ਦੈਟ ਕੈਨ ਵੈਰੀ ਫਰੋਮ ਦਾ ਪਿਓਰ ਸੈਲਫ ਡਿਸਿਪਲਿਨ ਆਫ ਦਾ ਸਮਨ ਆਫ ਦਾ ਮਾਊਂਟ ਟੂ ਦਾ ਡਿਸਿਪਲਿਨ ਆਫ ਦਾ ਕੰਸਨਟ੍ਰੇਸ਼ਨ ਕੈਂਪ, ਦਾ ਐਨਫੋਰਸਡ ਡਿਸਿਪਲਿਨ ਆਫ ਫੀਅਰ। ਅਤੇ ਇਹ ਜਿਹੜਾ ਸਾਡਾ ਡਿਸਿਪਲਿਨ ਹੈ, ਇਹ ਵਾਲਾ ਜਿਹੜਾ ਟ੍ਰੈਫਿਕ ਵਾਲਾ ਡਿਸਿਪਲਿਨ ਹੈ ਜਾਂ ਸੁਸਾਇਟੀ ਵਿੱਚ ਰਹਿਣ ਵਾਲਾ ਡਿਸਿਪਲਿਨ ਹੈ, ਇਹ ਬਾਕੀ ਸਾਰੇ ਹੋਰ ਕਿੰਨੇ ਤਰ੍ਹਾਂ ਦੇ ਡਿਸਿਪਲਿਨ ਤੋਂ ਬਹੁਤ ਵੈਰੀ ਕਰਦਾ ਹੈ, ਅਲੱਗ ਤਰ੍ਹਾਂ ਦਾ ਹੈ। ਹੋਰ ਕਿਹੜੇ ਕਿਹੜੇ ਡਿਸਿਪਲਿਨ ਇਹ 'ਚ ਦੱਸੇ ਗਏ ਨੇ? ਸਰਮਨ ਔਨ ਦਾ ਮਾਊਂਟ ਵਾਲਾ ਡਿਸਿਪਲਿਨ, ਇਹ ਉਹ ਹੈਗਾ ਜਿੱਥੇ ਜੀਸਸ ਨੇ ਇੱਕ ਪਹਾੜੀ ਦੇ ਉੱਤੇ ਆਪਣਾ ਫਸਟ ਉਪਦੇਸ਼ ਦਿੱਤਾ ਸੀਗਾ। ਠੀਕ ਹੈ। ਅਤੇ ਉੱਥੇ ਵੀ ਡਿਸਿਪਲਿਨ ਵਿੱਚ ਬੈਠ ਕੇ ਸਤਸੰਗ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਸੁਣਿਆ ਜਾਂਦਾ ਹੈ। ਉਹ ਵੀ ਇੱਕ ਡਿਸਿਪਲਿਨ, ਉਹ ਸੈਲਫ ਡਿਸਿਪਲਿਨ ਹੁੰਦਾ ਵਾ। ਆਪਣੀ ਮਰਜ਼ੀ ਨਾਲ ਆਰਾਮ ਨਾਲ ਬੈਠ ਕੇ ਸੰਗਤ ਸਤਸੰਗ ਸੁਣਦੀ ਹੈ ਹਮੇਸ਼ਾ। ਅਤੇ ਡਿਸਿਪਲਿਨ ਆਫ ਕੌਨਸਨਟ੍ਰੇਸ਼ਨ ਕੈਂਪ, ਕੌਨਸਨਟ੍ਰੇਸ਼ਨ ਕੈਂਪ ਵਿੱਚ ਅਲੱਗ ਤਰ੍ਹਾਂ ਡਿਸਿਪਲਿਨ ਹੁੰਦਾ। ਅਤੇ ਐਨਫੋਰਸਡ ਡਿਸਿਪਲਿਨ ਆਫ ਫੀਅਰ, ਜਿਵੇਂ ਹੁਣ ਐਨਫੋਰਸਡ ਮਤਲਬ ਜ਼ਬਰਦਸਤੀ ਲਗਾਇਆ ਗਿਆ ਡਿਸਿਪਲਿਨ। ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ, ਜਿਵੇਂ ਕਮਾਂਡੋ ਕੋਰਸ ਹੁੰਦਾ ਨਾ, ਉਹਦੇ ਵਿੱਚ ਉਹਨਾਂ ਨੇ ਡਿਸਿਪਲਿਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਨਾਂ ਨੂੰ ਮੰਨਣਾ ਹੀ ਪੈਂਦਾ ਹੈ, ਨਹੀਂ ਤਾਂ ਉਹਨਾਂ ਨੂੰ ਬੜੀ ਸਖਤ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਸਵੇਰੇ 4 ਵਜੇ ਉੱਠਣਾ ਤਾਂ ਉੱਠਣਾ ਹੀ ਹੈ, ਨਹੀਂ ਤਾਂ ਉਹਨਾਂ ਨੂੰ ਗੇੜੇ ਕਢਵਾਏ ਜਾਂਦੇ ਆ, ਬੰਦੂਕ ਚੱਕ ਕੇ ਗੇੜੇ ਕੱਢੋ। ਠੀਕ ਹੈ। ਉਹ ਡਿਸਿਪਲਿਨ ਅਲੱਗ ਤਰ੍ਹਾਂ ਦਾ ਹੋ ਗਿਆ, ਫੀਅਰ ਵਾਲਾ। ਇਨਸਪਾਈਟ ਆਫ ਆਲ ਅਰਸ ਕੁਐਬਲਸ, ਸਾਰੇ ਝਗੜੇ ਝਮੇਲਿਆਂ ਤੋਂ ਦੇ ਬਾਵਜੂਦ, ਇਨਸਪਾਈਟ ਦਾ ਮਤਲਬ ਦੇ ਬਾਵਜੂਦ, ਦ ਬ੍ਰਿਟਿਸ਼ ਆਰ ਯੂਨਾਈਟਿਡ, ਅਸੀਂ ਬ੍ਰਿਟਿਸ਼ਰਸ ਜਿਹੜੇ ਹੈਗੇ ਆ ਇਕੱਠੇ ਆ। ਇਹ ਬ੍ਰਿਟਿਸ਼ਰ ਹੈ ਨਾ ਜਿਹੜਾ ਸਰ ਵਿਲੀਅਮ ਸਲਿਮ ਹੈ, ਇਹਨਾਂ ਨੇ ਬ੍ਰਿਟਿਸ਼ ਦੀ ਗੱਲ ਹੀ ਕਰਨੀ ਆ ਫਿਰ।
British are united when it comes to most of the things that matter and liberty is one of them। ਜਦੋਂ ਬਹੁਤ ਸਾਰੀਆਂ ਗੱਲਾਂ ਵਿੱਚੋਂ ਕੋਈ ਇਹੋ ਜਿਹੀ ਗੱਲ ਆਉਂਦੀ ਜਿਹੜੀ ਉਹਨਾਂ ਲਈ ਬਹੁਤ ਅਹਿਮੀਅਤ ਰੱਖਦੀ ਹੋਵੇ, ਬਹੁਤ ਜ਼ਰੂਰੀ ਹੋਵੇ, ਖਾਸ ਹੋਵੇ, ਤੇ ਉਦੋਂ ਇਕੱਠੇ ਹੋ ਜਾਂਦੇ ਨੇ, ਭਾਵੇਂ ਜਿੰਨੇ ਮਰਜ਼ੀ ਝਗੜੇ ਝਮੇਲੇ ਚੱਲ ਰਹੇ ਹੋਣ ਉਹਨਾਂ ਦੇ ਵਿੱਚ, ਬ੍ਰਿਟਿਸ਼ਰਸ ਦੇ ਵਿੱਚ। ਤੇ ਲਿਬਰਟੀ ਇਜ਼ ਵਨ ਆਫ ਦੈਮ। ਇਹੋ ਜਿਹੇ ਅਹਿਮ ਗੱਲਾਂ ਦੇ ਵਿੱਚ ਉਹਨਾਂ ਦੀ ਆਜ਼ਾਦੀ ਵੀ ਇੱਕ ਖਾਸ ਗੱਲ ਹੈ। We believe in freedom to think what we like, say what we like, work at what we like and go where we like। ਅਸੀਂ ਇਹੋ ਜਿਹੀ ਆਜ਼ਾਦੀ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਅਸੀਂ ਜੋ ਚਾਹੀਏ ਉਹ ਸੋਚ ਸਕਦੇ ਹਾਂ, ਜੋ ਚਾਹੀਏ, ਜੋ ਸਾਨੂੰ ਪਸੰਦ ਹੈ ਉਹੀ ਕਹਿ ਸਕਦੇ ਹਾਂ, ਉਹੀ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ ਪਸੰਦ ਹੈ, ਅਤੇ ਜਿੱਥੇ ਜਾਣਾ ਚਾਹੀਏ ਉੱਥੇ ਜਾ ਸਕਦੇ ਹਾਂ। ਇਹ ਸਾਡੀ ਆਜ਼ਾਦੀ ਹੈ। ਡਿਸਿਪਲਿਨ ਇਜ਼ ਅ ਰਿਸਟ੍ਰੇਂਟ ਔਨ ਲਿਬਰਟੀ। ਅਤੇ ਇਸ ਲਿਬਰਟੀ ਦੇ ਉੱਤੇ ਜਿਹੜਾ ਡਿਸਿਪਲਿਨ ਹੈ ਉਹ ਇੱਕ ਰਿਸਟ੍ਰੇਂਟ ਹੈ, ਇੱਕ ਰੋਕ ਹੈ। ਸੋ ਮੈਨੀ ਆਫ ਅਸ ਹੈਵ ਅ ਵੈਰੀ ਨੈਚੁਰਲ ਇਨਕਲੀਨੇਸ਼ਨ ਟੂ ਅਵੋਇਡ ਇਟ। ਸਾਡੇ ਵਿੱਚੋਂ ਕਿੰਨੇ ਸਾਰੇ ਜਣੇ ਆ ਜਿਨ੍ਹਾਂ ਦਾ ਝੁਕਾਵ, ਇਨਕਲੀਨੇਸ਼ਨ ਯਾਨੀ ਝੁਕਾਅ ਜਿਹੜਾ ਹੈਗਾ, ਇਹਨੂੰ ਅਵੋਇਡ ਕਰਨ ਵੱਲ ਜਾਂਦਾ ਵਾ ਕਿ ਅਸੀਂ ਡਿਸਿਪਲਿਨ ਨੂੰ ਮੰਨਣਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਅਸੀਂ ਜੋ ਚਾਹੀਏ ਉਹੀ ਕਰੀਏ, ਕੋਈ ਰੋਕੇ ਨਾ। ਬਟ ਵੀ ਕੈਨ ਨਾਟ, ਪਰ ਅਸੀਂ ਇੱਦਾਂ ਨਹੀਂ ਕਰ ਸਕਦੇ। ਝੁਕਾਅ ਹੈਗਾ ਪਰ ਅਸੀਂ ਨਹੀਂ ਕਰ ਸਕਦੇ। ਮੈਨ ਐਵਰ ਸਿੰਸ ਦ ਡਿਮ ਪ੍ਰੀ ਹਿਸਟੋਰਿਕ ਪਾਸਟ, ਜਿਹੜਾ ਇਨਸਾਨ ਹੈ, ਆਦਮੀ ਹੈ, ਜਦੋਂ ਇਹਦੀ ਸ਼ੁਰੂਆਤ ਹੋਈ ਸੀ ਲਾਈਫ ਦੀ, ਉਦੋਂ ਤੋਂ ਲੈ ਕੇ ਹੈਜ਼ ਹੈਡ ਨੋ ਆਪਸ਼ਨ ਬਟ ਟੂ ਐਕਸੈਪਟ ਦ ਡਿਸਿਪਲਿਨ ਆਫ ਸਮ ਕਾਈਂਡ। ਉਹਦੇ ਕੋਲ ਹੋਰ ਕੋਈ ਚੋਇਸ ਨਹੀਂ ਹੈ, ਪਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਡਿਸਿਪਲਿਨ ਮੰਨਣਾ ਹੀ ਪੈਂਦਾ ਹੈ, ਅਨੁਸ਼ਾਸਨ ਵਿੱਚ ਰਹਿਣਾ ਹੀ ਪਿਆ ਹੈ ਹਮੇਸ਼ਾ। ਫॉर ਅ ਮਾਡਰਨ ਮੈਨ, ਅਤੇ ਅੱਜ ਦੇ ਮਾਡਰਨ ਮੈਨ ਦੇ ਲਈ, ਲਿਵਿੰਗ ਇਨ ਕੰਪਲੈਕਸ ਕਮਿਊਨਿਟੀਜ਼, ਗੁੰਝਲਦਾਰ ਸੁਸਾਇਟੀ ਦੇ ਵਿੱਚ ਜਾਂ ਕਮਿਊਨਿਟੀ ਗਰੁੱਪ ਆਫ ਪੀਪਲ ਨੂੰ ਕਿਹਾ ਜਾਂਦਾ, ਉੱਥੇ ਜਦੋਂ ਰਹਿਣਾ ਹੈ, ਇਨ ਵਿਚ ਐਵਰੀ ਇੰਡੀਵਿਜੂਅਲ ਇਜ਼ ਡਿਪੈਂਡੈਂਟ ਔਨ ਅਦਰ, ਜਿੱਥੇ ਕਿ ਹਰੇਕ ਇੰਡੀਵਿਜੂਅਲ ਦੂਸਰੇ ਦੇ ਉੱਤੇ ਡਿਪੈਂਡਡ ਹੈ, ਠੀਕ ਹੈ, ਨਿਰਭਰ ਹੈਗਾ ਦੂਸਰੇ ਉੱਤੇ। ਡਿਸਿਪਲਿਨ ਇਜ਼ ਮੋਰ ਦੈਨ ਐਵਰ ਅਨਅਵੋਇਡੇਬਲ। ਡਿਸਿਪਲਿਨ ਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਅਵੋਇਡ ਕੀਤਾ, ਅਸੀਂ ਡਿਸਿਪਲਿਨ 'ਚ ਨਾ ਰਹੇ, ਤਾਂ ਸੁਸਾਇਟੀ ਵਿੱਚ ਰਹਿਣਾ ਔਖਾ ਹੋ ਜਾਂਦਾ। ਆਲ ਹਿਸਟਰੀ ਟੀਚਿਜ਼, ਜਿੰਨਾ ਵੀ ਹੁਣ ਤੱਕ ਇਤਿਹਾਸ ਪੜ੍ਹਿਆ ਉਹ ਸਾਨੂੰ ਇਹੀ ਸਿਖਾਉਂਦਾ ਦੈਟ ਵੈਨ, ਜਦੋਂ ਵੀ, ਥਰੂ ਈਦਰ ਆਈਡਲਨੈਸ, ਵੀਕਨੈਸ ਔਰ ਫੈਕਸ਼ਨ, ਭਾਵੇਂ ਵਿਹਲੇ ਬਹਿਣ ਕਰਕੇ, ਧਿਆਨ ਨਾ ਦੇਣ ਕਰਕੇ, ਜਾਂ ਕਿਸੇ ਕਮਜ਼ੋਰੀ ਕਰਕੇ, ਜਾਂ ਫਿਰ ਕੁਛ ਗਰੁੱਪ ਆਫ ਪੀਪਲ ਹੁੰਦੇ ਨੇ ਜਿਹੜੇ ਉਪਦਰਵੀ ਹੁੰਦੇ ਨੇ, ਇਨਡਿਸਿਪਲਿਨ ਕ੍ਰੀਏਟ ਕਰਨ ਵਾਲੇ ਲੋਕਾਂ ਕਰਕੇ, ਦ ਸੈਂਸ ਆਫ ਆਰਡਰ ਫੇਡਸ ਇਨ ਅ ਨੇਸ਼ਨ, ਕਿਸੇ ਵੀ ਰਾਸ਼ਟਰ ਦੇ ਵਿੱਚ ਸੈਂਸ ਆਫ ਆਰਡਰ ਯਾਨੀ ਸਿਸਟਮ ਜਿਹੜਾ ਹੁੰਦਾ ਉਹ ਖਰਾਬ ਹੋ ਜਾਂਦਾ ਹੈ ਡਿਸਿਪਲਿਨ, ਇਨਡਿਸਿਪਲਿਨ ਕਰਕੇ। ਇਟਸ ਇਕੋਨੋਮਿਕ ਲਾਈਫ ਸਿੰਕਸ ਇਨਟੂ ਡਿਕੇ, ਉਹਦੀ ਇਕੋਨੋਮਿਕ ਲਾਈਫ ਵੀ ਹੈ ਜਿਹੜੀ ਆਰਥਿਕ ਹਾਲਤ ਵੀ ਹੈ ਉਹ ਵੀ ਨਸ਼ਟ ਹੋਣ ਲੱਗ ਜਾਂਦੀ ਹੈ। ਦੈਨ as its standard of living falls and security vanishes, one or the two things happens। ਜਦੋਂ ਸਟੈਂਡਰਡ ਆਫ ਲਿਵਿੰਗ ਖਰਾਬ ਹੋ ਜਾਂਦਾ ਤੇ ਲੋਕਾਂ ਦੀ ਜਿਹੜੀ ਸੁਰੱਖਿਆ ਹੁੰਦੀ ਹੈ, ਸਿਕਿਉਰਿਟੀ, ਉਹ ਵੀ ਹੌਲੀ ਹੌਲੀ ਗਾਇਬ ਹੋਣ ਲੱਗ ਜਾਂਦੀ ਆ। ਕਦੀ ਇੱਕ ਪ੍ਰੋਬਲਮ ਤੇ ਕਦੀ ਦੂਸਰੀ ਪ੍ਰੋਬਲਮ ਆਉਂਦੀ ਹੀ ਰਹਿੰਦੀ ਹੈ। Either some more virile militant power steps in to impose its own brand of discipline, or a dictator arises and clamps down the iron control of the police state। ਜਾਂ ਫਿਰ ਕੋਈ ਜ਼ਿਆਦਾ ਸ਼ਕਤੀਸ਼ਾਲੀ ਮਿਲੀਟੈਂਟ ਪਾਵਰ, ਸੈਨਾ ਜਿਹੜੀ ਆ ਜਾਂਦੀ ਆ ਕੰਟਰੀ ਦੇ ਵਿੱਚ, ਠੀਕ ਹੈ, ਜਿੱਤ ਪ੍ਰਾਪਤ ਕਰ ਲੈਂਦੀ ਇੱਕ ਕੰਟਰੀ ਦੂਸਰੀ ਕੰਟਰੀ ਦੇ ਉੱਤੇ, ਅਤੇ ਨਵੇਂ ਆ ਜਾਂਦੇ ਨੇ, ਕੋਈ ਡਿਕਟੇਟਰ ਆ ਜਾਂਦਾ, ਤਾਨਾਸ਼ਾਹ, ਅਤੇ ਉਹ ਕਲੈਂਪ ਡਾਊਨ ਕਰ ਦਿੰਦਾ। ਕਲੈਂਪ ਦਾ ਮਤਲਬ ਹੁੰਦਾ ਹੈ ਜਿਵੇਂ ਇੱਟ ਦੇ ਉੱਤੇ ਇੱਟ ਰੱਖ ਕੇ ਸਟੈਕ ਕਰਕੇ, ਜਿਵੇਂ ਕੰਧ ਖੜੀ ਕਰ ਲਈ ਹੋਵੇ, ਠੀਕ ਹੈ, ਉਹਨੂੰ ਕਹਿੰਦੇ ਕਲੈਂਪਿੰਗ ਕਰਨਾ, ਅਤੇ ਕਲੈਂਪ ਡਾਊਨ ਉਹਨੂੰ ਗਿਰਾ ਦੇਣਾ। ਦ ਆਇਰਨ ਕੰਟਰੋਲ ਆਫ ਦਾ ਪੁਲਿਸ ਸਟੇਟ, ਪੁਲਿਸ ਸਟੇਟ ਦਾ ਕੰਟਰੋਲ ਹੁੰਦਾ ਹੈ ਵੀ ਪਹਿਲਾਂ ਪੁਲਿਸ ਦਾ ਰਾਜ ਚੱਲ ਰਿਹਾ ਸੀ, ਮਤਲਬ ਪੁਲਿਸ ਵਾਲਾ ਡਿਸਿਪਲਿਨ ਚਲਾਇਆ ਗਿਆ ਸੀ, ਪੁਲਿਸ ਦੇ ਥਰੂ ਲੋਕਾਂ ਨੂੰ ਕੰਟਰੋਲ 'ਚ ਰੱਖਿਆ ਜਾ ਰਿਹਾ ਸੀਗਾ, ਅਤੇ ਕੋਈ ਤਾਨਾਸ਼ਾਹ ਆਇਆ, ਉਹਨੇ ਆਪਣਾ ਨਵਾਂ ਡਿਸਿਪਲਿਨ ਸ਼ੁਰੂ ਕਰ ਦਿੱਤਾ, ਅਤੇ ਪੁਲਿਸ ਵਾਲਾ ਕੰਟਰੋਲ ਸੀ ਉਹਨੂੰ ਕਲੈਂਪ ਡਾਊਨ ਕਰ ਦਿੱਤਾ, ਗਿਰਾ ਦਿੱਤਾ। ਸਮਹਾਊ ਇਵੈਂਚੁਅਲੀ ਡਿਸਿਪਲਿਨ ਇਜ਼ ਅਗੇਨ ਐਨਫੋਰਸਡ। ਇਸ ਤਰ੍ਹਾਂ ਕਿਸੇ ਵੀ ਤਰੀਕੇ ਦੇ ਨਾਲ ਡਿਸਿਪਲਿਨ ਹੈ ਜਿਹੜਾ ਕਿ ਨਵੇਂ ਤਰ੍ਹਾਂ ਦਾ ਡਿਸਿਪਲਿਨ ਦੁਆਰਾ ਤੋਂ ਥੋਪਿਆ ਜਾਂਦਾ ਹੈ। ਦ ਪ੍ਰੋਬਲਮ ਇਜ਼ ਨਾਟ, ਪ੍ਰੋਬਲਮ ਇਹ ਨਹੀਂ ਹੈ ਸ਼ੈਲ ਵੀ ਐਕਸੈਪਟ ਡਿਸਿਪਲਿਨ, ਕਿ ਸਾਨੂੰ ਡਿਸਿਪਲਿਨ ਐਕਸੈਪਟ ਕਰਨਾ ਚਾਹੀਦਾ ਹੈ ਕਿ ਨਹੀਂ। ਸੂਨਰ ਔਰ ਲੇਟਰ ਵੀ ਹੈਵ ਟੂ, ਹੁਣ ਨਹੀਂ ਤਾਂ ਬਾਅਦ ਵਿੱਚ ਸਾਨੂੰ ਕਰਨਾ ਹੀ ਪਵੇਗਾ।
इट इज़ हाउ शैल वी एक्सैप्ट इट। गल ये है कि असी इनू एक्सैप्ट किवें करांगे। शैल इट बी इंपोज बाय फिजिकल वायलेंस एंड फीयर, कि ये साडे ते थोपिया जाएगा फिजिकल वायलेंस दे नाल या सानू डरा के, बाय ग्रिम इकोनॉमिक नैसेसिटी या फिर आर्थिक हालात नू देखते हुए असी इनू कबूल करांगे, और एक्सैप्टेड बाय कंसेंट, कंसेंट हुंदा एग्री करना, मन जाना, या असी इनू एक्सैप्ट करांगे अपनी अंडरस्टैंडिंग दे नाल। शैल इट कम फ्रॉम विदाउट और फ्रॉम विदिन, कि ये बाहरों आना चाहिए या साडे अंदरों ही पैदा होना चाहिए, कि सानू डिसिपलिन स्वीकार कर लेना चाहिए जे असी अपनी लाइफ शांतिमय बिताना चाहते हैं। द वर्ड डिसिपलिन फॉर सम, कुछ लोगों के लिए डिसिपलिन वर्ड फ्लैशेज एक तस्वीर लिया दिंदा है ऑन द स्क्रीन ऑफ माइंड, दिमाग की स्क्रीन के उत्ते तस्वीर किहड़ी लिआंदा, अ जैक बूटेड कमिसर बालिंग कमांड्स अक्रॉस द बैरक स्क्वेयर एट ट्रैंपिंग स्क्वाड्स। एक वड्डे वड्डे भारे बूटां वाला कमिसर, मतलब एक कमिश्नर वांगू ही हुंदा। बालिंग कमांड्स, बालिंग मतलब उच्ची उच्ची आवाज़ विच रोब नाल बोलना, कमांड्स हुंदा ऑर्डर देना। अक्रॉस द बैरक स्क्वेयर मतलब ग्राउंड दे विच जिथे कि स्क्वैड्स खड़ियां हुंदियां ने, मतलब फौजी जिहड़े हुंदे आ, सेना की टुकड़ी, तो वह ट्रैंपिंग कर रही हुंदी आ, परेड कर रही हुंदी आ। ठीक है, ये सीन आ रहा पूरा दिमाग विच कुछ लोगों के भी, वड्डे वड्डे बूटां वाला कमिश्नर है सेना की परेड करती हुई टुकड़ी नूं उच्ची उच्ची आवाज़ ऑर्डर दे रहा। ठीक है, बट दैट इज़ डिक्टेटरशिप नॉट डिसिपलिन, लेकिन वो तो तानाशाही है, वो डिसिपलिन नहीं हैगा। द वॉलंटरी रीजनड डिसिपलिन accepted by free intelligent men and women is another thing। वॉलंटरी हुंदा अपने आप मन्निया गया किसी कारण दे वजों, एक डिसिपलिन जिहड़ा हुंदा अपने आप स्वीकार किया गया फ्री इंटैलीजेंट मैन ते वूमन के द्वारा जिहड़ा हुंदा डिसिपलिन, वो दूसरी गल आ। इट इज़ बाइंडिंग ऑन ऑल फ्रॉम टॉप टू बॉटम। यह टॉप टू बॉटम का मतलब वड्डे ऑफिसर्स तो लैके छोटे आम आदमी तक सारिਆਂ ਦੇ लिए बहुत ज़रूरी है। One morning long ago, as a brand new second lieutenant, I was walking on to a parade। ਹੁਣ सर विलियम स्लिम जिहड़ा हैगा अपनी लाइफ की एक घटना दस रहा अगे कि एक सवेरे बहुत टाइम पहलां दी गल है, मैं नवां ऑफिसर बनया सीगा सैकेंड लैफ्टिनेंट, तो मैं परेड वाल जा रहा सीगा। अ प्राइवेट सोल्जर पास्ट मी एंड सल्यूटेड। एक प्राइवेट सोल्जर मेरे कोलों दी लंघिया तो मैंने उन्हें सल्यूट किया। आई एक्नॉलेज्ड हिज सल्यूट विद एन एरी वेव ऑफ द हैंड। मैं उहदे सल्यूट का जवाब दिता, सिर्फ हथ हिलाता हवा दे विच, उदां ही हल्का जिहा, प्रॉपरली सल्यूट नहीं किया, उवें हथ हिलाता हवा च। सडनली बिहाइंड मी, अचानक ही मेरे पीछे अ वॉइस रैस्प्ड आउट माई नेम। एक करकश आवाज़, बड़ी तेज़ उच्ची आवाज़ ने मेरा नाम पुकारिया। आई स्पन राउंड। हुण जिहड़े फौजी हुंदे एकदम गोल घूमदे आ तेज़ी नाल, आराम नाल नहीं मुड़ते जिवें आपां मुड़दे आ, तां इत्थे स्पन वर्ड लिखिया होया। आई स्पन राउंड, गोल गोल पिछे घूमिया, मैं एकदम मुड़िया। एंड देयर वाज माई कॉलोनल, ते उत्थे मेरा करनल खड़ा सी, फॉर होम आई हैड अ मोस्ट होलसम रिस्पैक्ट, जिहदे लई मेरे दिल च बहुत ज़्यादा रिस्पैक्ट सी। एंड विद हिम द रेजीमेंटल सार्जेंट मेजर, ते उहदे नाल होर कौन सी, रेजीमेंट सार्जेंट मेजर सी। ऑफ होम ऑल्सो आई स्टूड इन सम आ, जिहदे लई भी मेरे दिल में बहुत ज़्यादा रिस्पैक्ट सी, बहुत कदर करदा सी मैं उहदी। आई सी सैड द कॉलोनल, कॉलोनल क्या, हाँ मैं देख रहा। यू डोंट नो हाउ टू रिटर्न अ सल्यूट, कि तेनू पता नहीं कि एक सल्यूट का जवाब किवें देईदा है। सार्जेंट मेजर, प्लांट योर स्टाफ इन द ग्राउंड एंड लैट मिस्टर स्लिम प्रैक्टिस सल्यूटिंग इट अंटिल ही डज नो हाउ टू रिटर्न अ सल्यूट। फिर कॉलोनल जिहड़ा सार्जेंट मेजर नूं कहंदा कि अपनी जिहड़ी स्टाफ है, छड़ी है जिहड़ी केन दी लंबी सोटी हुंदी उन्हां कोले, कहंदे उहनूं ग्राउंड विच गड्ड दिओ ते मिस्टर स्लिम नूं प्रैक्टिस कर लैण दिओ सल्यूट करन दी, जद तक कि अंटिल, जद तक कि इनू पता ना चल जाए कि सल्यूट नूं रिटर्न किवें करीदा, सल्यूट का जवाब किवें देईदा। सो टू एंड फ्रो मार्चड इन साइट ऑफ द होल बटालियन, ते मैं इस तरह अगे पिछे तुरदा होया ते रुक रुक के सल्यूट करदा होया सारी बटालियन के सामने। सल्यूटिंग द सार्जेंट मेजर केन, सार्जेंट मेजर की केन नूं सल्यूट करी गया। टू एंड फ्रो चली गया अगे पिछे
फिर रुक के सार्जेंट मेजर की केन नूं सल्यूट किया। केन यानी जिहड़ी सोटी उन्हें ग्राउंड दे विच गड़ दित्ती सीगी। ते ब्रैकेट विच उन्हें अपने मन की फीलिंग लिखी है अगे, आई कुड चेयरफुली हैव मर्डर्ड द कॉलोनल, द सार्जेंट मेजर एंड माई ग्रीनिंग फैलो सबअल्टर्नस। कहंदा मैं बड़ी खुशी नाल इन्हां सारियां दा मर्डर कर सकदा सीगा। किन्ना दा? कर्नल दा, सार्जेंट मेजर दा ते जिहड़े होर उहदे फौजी जिहड़े हैगे आ ग्रीनिंग कर रहे सी, यानी हौली हौली मुस्कुरा रहे सी। उन्हां दे बुल्लां ते मुस्कान सीगी कि उन्हां नूं देख के मेरा दिल कर रहा सी मैं मर्डर करदा इन्हां सारियां दा। एट द एंड ऑफ 10 मिनट्स, जदों 10 मिनट बीत गए, द कॉलोनल कॉल्ड मी अप टू हिम, कर्नल ने मैनू अपने कोल बुलाया। ऑल ही सैड वाज, फिर उन्हें की किया, नाउ रिमैंबर, हुण याद रखी, डिसिपलिन बिगिनस विद द ऑफिसर्स, कि डिसिपलिन ऑफिसर्स तो ही शुरू हुंदा है। जे ऑफिसर डिसिपलिन नहीं मन्नेगा तो उहदे हेठले जिहड़े आ फौजी आ, बाकी उहदा हेठला स्टाफ है, वह भी डिसिपलिन नूं नहीं मन्नेगा। फिर